ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਲੈਮੀ ਥਿਊਰਮ ਦੇ ਉੱਪਰ ਬੇਸਡ ਪ੍ਰੋਬਲਮ ਕੀਤੀਆਂ ਸੀਗੀਆਂ। ਅੱਜ ਇਹਦੇ ਉੱਪਰ ਇਹ ਥਿਊਰਮ ਦੇ ਉੱਪਰ ਬੇਸਡ ਹੀ ਹੋਰ ਪ੍ਰੋਬਲਮਸ ਕਰਨੀਆਂ ਹੈਗੀਆਂ ਨੇ। ਥੋੜ੍ਹਾ ਜਿਹਾ ਜਿਹੜਾ ਕੱਲ੍ਹ ਆਪਾਂ ਕੁਐਸਚਨ ਕੀਤਾ ਸੀ ਉਹਦੇ ਬਾਰੇ ਸਮਝਾ ਦੇਵਾਂ ਕਿ ਇਕੱਲਾ ਲਾਸਟ ਟਾਈਮ ਕੁਐਸਚਨ ਕਿਹੜਾ ਕੀਤਾ ਸੀ ਆਪਾਂ ਨੇ। ਉਹ ਇੱਦਾਂ ਸੀ, ਉਹਦੇ ਵਿੱਚ 3 ਫੋਰਸਾਂ ਸੀਗੀਆਂ। 3 ਫੋਰਸਾਂ ਕਿਵੇਂ ਸੀਗੀਆਂ? 2 ਸਟਰਿੰਗ ਸੀਗੀਆਂ, ਇੱਕ ਵੇਟ ਜਾਂ ਮਾਸ ਹੈਂਗ ਕੀਤਾ ਹੋਇਆ ਸੀਗਾ, ਇੱਕ ਦਾ ਵੇਟ ਨੀਚੇ ਨੂੰ ਐਕਟ ਕੀਤਾ ਸੀ, 2 ਟੈਂਸ਼ਨਸ ਆਈਆਂ ਸੀ ਉਹਦੇ ਵਿੱਚ। ਅਤੇ ਇਹ ਕੁਐਸਚਨ ਦੇ ਵਿੱਚ ਆਪਣੇ ਕੋਲ ਇਕੁਇਲਿਬਰੀਅਮ ਸੀਗਾ ਅਤੇ ਤਿੰਨੇ ਐਂਗਲ ਆਪਾਂ ਨੂੰ ਸੌਖੇ ਗਿਵਨ ਸੀਗੇ। ਜੇ ਤਿੰਨੇ ਐਂਗਲ ਆਪਾਂ ਨੂੰ ਗਿਵਨ ਸੀਗੇ ਤਾਂ ਇਹ ਕੁਐਸਚਨ ਕੋਈ ਖਾਸ ਔਖਾ ਨਹੀਂ ਗਿਆ ਹੈਗਾ। ਇਹ ਪਹਿਲਾਂ ਕੀਤਾ ਸੀ ਆਪਾਂ ਫੋਰਸ ਦੇ 3 ਹੋਣ ਪਲੱਸ ਇਕੁਇਲਿਬਰੀਅਮ ਹੋਵੇ ਜੀ, ਕੰਕਰੈਂਟ ਫੋਰਸਿਸ ਹੋਣ, ਇਕੁਇਲਿਬਰੀਅਮ ਹੋਵੇ। ਕੰਕਰੈਂਟ ਫੋਰਸਿਸ ਉਹ ਹੁੰਦੀਆਂ ਨੇ ਜੇ 3 ਫੋਰਸਾਂ ਇੱਕ ਪੁਆਇੰਟ 'ਚੋਂ ਨਿਕਲਦੀਆਂ ਹੋਣ, ਮਤਲਬ 3 ਫੋਰਸਾਂ ਇੱਕ ਪੁਆਇੰਟ 'ਚੋਂ ਨਿਕਲੀਆਂ ਹੋਣ, ਉਹਨੂੰ ਕਹਿੰਦੇ ਹੈਗੇ ਆਪਾਂ ਕੰਕਰੈਂਟ ਫੋਰਸਿਸ। ਚਲੋ ਇਹ ਹਜੇ ਵਰਡ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਅੱਗੇ ਆਊਗਾ ਵੈਸੇ ਵਰਡ ਇਹ। ਅਤੇ ਇਹ ਕੁਐਸਚਨ ਸੌਖਾ ਕਿਉਂ ਸੀਗਾ? ਬਿਕੋਜ਼ ਲੈਮੀ ਥਿਊਰਮ ਕਦੋਂ ਲਾਣੀ ਹੁੰਦੀ ਆ ਆਪਾਂ? ਜੋ ਫੋਰਸਾਂ 3 ਹੋਣ ਅਤੇ ਇਕੁਇਲਿਬਰੀਅਮ ਹੋਵੇ, ਅਤੇ ਇਕੁਇਲਿਬਰੀਅਮ ਹੋਵੇ ਅਤੇ ਐਂਗਲ ਸਾਰੇ ਪਤਾ ਹੋਣ। ਤਾਂ ਇਹ ਫਾਰਮੂਲਾ ਸਿੱਧਾ ਸੀਗਾ, ਫੋਰਸਿਸ ਅਪੋਨ ਸਾਹਮਣੇ ਵਾਲਾ ਐਂਗਲ ਲਾਤਾ ਸੀ, ਆਪਾਂ ਡਾਇਰੈਕਟ ਸੋਲਵ ਕਰਕੇ ਆਪਣਾ ਆਨਸਰ ਆ ਗਿਆ ਸੀ। ਸੌਖਾ ਕੁਐਸਚਨ ਕਿਉਂ ਗਿਆ ਸੀ ਇਹ, ਜਾਂ ਕੁਐਸਚਨ ਸੌਖਾ ਕਿਉਂ ਸੀ ਜੋ ਲਾਸਟ ਟਾਈਮ ਕੀਤਾ ਸੀ ਆਪਾਂ ਨੇ? ਬਿਕੋਜ਼ ਉਹਨਾਂ ਵਿੱਚ ਤਿੰਨੇ ਐਂਗਲ ਆਪਾਂ ਨੂੰ ਦਿੱਤੇ ਹੋਏ ਸੀਗੇ ਐਂਗਲ। ਹੁਣ ਜਿਹੜਾ ਕੁਐਸਚਨ ਆਪਾਂ ਅੱਜ ਕਰਨਾ ਹੈਗਾ ਉਹ 'ਚ ਕੋਈ ਐਂਗਲ ਨਹੀਂ ਗਿਵਨ ਹੈਗਾ। ਇਹ ਪਹਿਲਾਂ ਵੀ ਗੱਲ ਆਪਾਂ ਬਹੁਤ ਵਾਰੀ ਕਰ ਚੁੱਕੇ ਹੈਗੇ ਹਾਂ ਕਿ ਜਿਹੜਾ ਕੁਐਸਚਨ ਸੌਖਾ ਹੁੰਦਾ ਹੈਗਾ ਉਹ 'ਚ ਸਾਰਾ ਡਾਟਾ ਸਿੱਧਾ ਗਿਵਨ ਹੁੰਦਾ। ਜਿਹੜਾ ਕੁਐਸਚਨ ਔਖਾ ਹੁੰਦਾ ਉਹ ਡਾਟਾ ਮਿਸ ਕਰ ਦਿੰਦੇ ਨੇ, ਅਤੇ ਉਹਨੂੰ ਲੱਭਣ ਵਾਸਤੇ ਕੁਛ ਹੋਰ ਕੰਡੀਸ਼ਨ ਦੇ ਦਿੰਦੇ ਨਾਲ। ਜਿਵੇਂ ਇਹ ਡਾਟਾ ਕੀ ਆ? 3 ਫੋਰਸਾਂ ਨੇ ਅਤੇ ਐਂਗਲ ਨੇ। ਐਂਗਲ ਤਿੰਨੇ ਗਿਵਨ ਨੇ ਤਾਂ ਕੰਮ ਸੌਖਾ ਹੋ ਜਾਏਗਾ। ਪਰ ਜੇ ਆਪਣੇ ਕੋਲ ਐਂਗਲ ਮਿਸ ਨੇ ਤਾਂ ਐਂਗਲ ਫਾਈਂਡ ਕਰਨ ਵਾਸਤੇ ਕੁਛ ਨਾ ਕੁਛ ਹੋਰ ਕੰਡੀਸ਼ਨਸ ਗਿਵਨ ਦੇਣਗੇ ਆਪਾਂ ਨੂੰ। ਆਪਾਂ ਪਹਿਲਾਂ ਉਹ ਕੰਡੀਸ਼ਨ ਯੂਜ਼ ਕਰਕੇ ਐਂਗਲ ਫਾਈਂਡ ਕਰਾਂਗੇ, ਬਾਅਦ 'ਚੋਂ ਲੈਮੀ ਥਿਊਰਮ ਲਾ ਕੇ ਆਪਾਂ ਸੋਲਵ ਕਰਾਂਗੇ। ਬਸ ਇਹ ਹੈਗਾ ਥੋੜ੍ਹਾ ਜਿਹਾ। ਅਤੇ ਐਂਗਲਸ ਕਿੱਦਾਂ ਫਾਈਂਡ ਕਰਨੇ ਨੇ ਉਹਦੇ ਵਾਸਤੇ ਇੱਕ ਟ੍ਰਿਗਨੋਮੈਟਰੀ ਯੂਜ਼ ਹੋਊਗੀ ਕਾਫੀ ਆਪਣੀ, ਇੱਕ 10th ਲੈਵਲ ਦੀ ਜਿਓਮੈਟਰੀ। ਇਹ 2 ਟੋਪਿਕ ਕਾਫੀ ਯੂਜ਼ ਕਰਨੇ ਆ ਪੂਰੀ ਬੁੱਕ ਦੇ ਵਿੱਚ, 10th ਲੈਵਲ ਦੀ ਜਿਓਮੈਟਰੀ ਅਤੇ ਟ੍ਰਿਗਨੋਮੈਟਰੀ। ਸਾਰੇ ਕੰਸੈਪਟ ਮੈਂ ਪਹਿਲਾਂ ਨਹੀਂ ਲਿਖਵਾ ਰਿਹਾ ਹੈਗਾ, ਜਿਹੜੇ ਕੰਸੈਪਟ ਆਈ ਜਾ ਰਹੇ ਨੇ ਉਸ ਹਿਸਾਬ ਨਾਲ ਫਿਰ ਦੱਸੀ ਜਾਊਂਗਾ ਕੰਸੈਪਟ ਕਿਹੜੇ ਨੇ। ਜੇ ਤੁਹਾਨੂੰ ਆਉਂਦੇ ਨੇ ਬਹੁਤ ਚੰਗੀ ਗੱਲ ਆ 10th ਲੈਵਲ 'ਤੇ ਟ੍ਰਿਗਨੋਮੈਟਰੀ ਦੇ ਕੰਸੈਪਟ। ਜੇ ਤੁਹਾਨੂੰ ਧਿਆਨ ਦੇ ਵਿੱਚ ਨਹੀਂ ਹੈਗੇ ਤਾਂ ਜਿਵੇਂ ਆਪਾਂ ਕੁਐਸਚਨ ਕਰਾਂਗੇ ਉਵੇਂ ਆਪਾਂ ਕੰਸੈਪਟ ਵੀ ਕਰਾਂਗੇ ਨਾਲ, ਅਤੇ ਤੁਸੀਂ ਉਹ ਕੰਸੈਪਟ ਆਪਣੇ ਅਲੱਗ ਲਿਖੀ ਜਾਣੇ ਨੇ ਤਾਂ ਜੋ ਤੁਹਾਡੇ ਸਾਰੇ 10th ਲੈਵਲ ਦੇ ਕੰਸੈਪਟ ਇੱਕ ਥਾਂ 'ਤੇ ਇਕੱਠੇ ਹੋ ਜਾਣ। ਜਦੋਂ ਤੁਸੀਂ ਰਿਵੀਜ਼ਨ ਕਰੋ ਤਾਂ ਤੁਹਾਨੂੰ ਉਹ ਕੰਸੈਪਟ ਸੌਖੇ ਮਿਲ ਜਾਣ। ਚਲੋ ਅੱਜ ਵਾਲਾ ਕੁਐਸਚਨ ਕਰਨ ਲੱਗੇ ਆਪਾਂ। ਮੈਂ ਸਟੇਟਮੈਂਟ ਪੜ੍ਹ ਰਿਹਾ ਹੈਗਾ, ਤੁਸੀਂ ਵੀ ਸਟੇਟਮੈਂਟ ਦੇਖ ਲਓ। The ends of an inelastic string 0.17 meter long are attached at 2 points A and B, 0.13 meter apart in a same horizontal line. A weight of 4 kg is attached to a point O of string 0.05 meter from A. Find the tension in each portion of a string. ਚਲੋ ਦੇਖੋ ਦਿੱਤਾ ਕੀ ਹੋਇਆ ਆਪਾਂ ਨੂੰ। ਪਹਿਲਾਂ ਉਹਨੇ ਵਰਡ ਯੂਜ਼ ਕੀਤਾ ਹੈਗਾ ਜੀ ਇਨ ਇਲਾਸਟਿਕ ਸਟਰਿੰਗ। ਇਨ ਇਲਾਸਟਿਕ ਸਟਰਿੰਗ ਉਹਨਾਂ ਨੇ ਆਹ ਵਰਡ ਯੂਜ਼ ਕੀਤਾ ਹੈਗਾ। ਇਲਾਸਟਿਕ ਜਿਹੜੀ ਆਪਾਂ ਸਟਰਿੰਗ, ਕੋਈ ਵੀ ਧਾਗਾ ਟਾਈਪ ਹੋ ਗਿਆ, ਜਿਹੜੀ ਇਲਾਸਟਿਕ ਜਿਹੜੀ ਹੁੰਦੀ ਜਿਹੜੀ ਆਪਾਂ ਖਿੱਚ ਸਕਦੇ ਹਾਂ। ਜਿਵੇਂ ਰਬੜ ਲਾ ਲਓ, ਰਬੜ ਨੂੰ ਆਪਾਂ ਖਿੱਚ ਕੇ ਲੰਬਾ ਕਰ ਸਕਦੇ ਹਾਂ। ਜਿਹੜੀ ਸਟਰਿੰਗ ਖਿੱਚੀ ਜਾ ਸਕੇ ਉਹਨੂੰ ਕਹਾਂਗੇ ਆਪਾਂ ਇਲਾਸਟਿਕ, ਜਿਹੜੀ ਖਿੱਚੀ ਨਾ ਜਾ ਸਕੇ ਉਹਨੂੰ ਕਹਾਂਗੇ ਆਪਾਂ ਇਨ ਇਲਾਸਟਿਕ। ਜਿਵੇਂ ਆਪਣਾ ਧਾਗਾ ਹੁੰਦਾ ਕੱਪੜੇ ਵਾਲਾ, ਜਿਹਨਾਂ ਕੱਪੜੇ ਸਿਉਂਦੇ ਹੈਗੇ, ਉਹ ਧਾਗਾ ਆਪਾਂ ਖਿੱਚ ਕੇ ਲੰਬਾ ਨਹੀਂ ਕਰ ਸਕਦੇ ਹੈਗੇ।
ਜੇ ਖਿੱਚ ਕੇ ਲੰਬਾ ਨਹੀਂ ਕਰ ਸਕਦੇ ਹੈਗੇ ਉਹ ਧਾਗੇ ਨੂੰ, ਤਾਂ ਉਹ ਧਾਗਾ ਜਿਹੜਾ ਆਪਣੇ ਕੋਲ ਇਨ ਇਲਾਸਟਿਕ ਹੋਊਗਾ। ਮਤਲਬ ਇਹ ਸਟਰਿੰਗ ਕਿੱਦਾਂ ਦੀ ਹੈਗੀ ਆ ਕਿ ਇਹ ਖਿੱਚ ਕੇ ਲੰਬੀ ਨਹੀਂ ਹੋਊਗੀ। ਮਤਲਬ ਸਟਰਿੰਗ ਦੀ ਲੈਂਥ ਕਿੰਨੀ ਆ? ਸਟਰਿੰਗ ਦੀ ਲੈਂਥ ਹੈਗੀ ਆ 0.17 ਮੀਟਰ। ਜੇ ਇਹਨੂੰ ਖਿੱਚਾਂਗੇ ਤਾਂ ਲੈਂਥ ਸੇਮ ਹੀ ਰਹੂਗੀ, ਨਾ ਵਧਣੀ ਨਹੀਂ ਹੈਗੀ ਲੈਂਥ। ਅੱਗੇ ਪੜ੍ਹਦੇ ਆਪਾਂ। ਪਹਿਲਾਂ ਜਿਹੜਾ ਡੈਸੀਮਲ ਜਿਹੜੇ ਆਂਸਰ ਨੇ, ਦੇਖੋ ਜੋ ਲੈਂਥ ਗਿਵਨ ਨੇ ਉਹ ਡੈਸੀਮਲ ਦੇ ਵਿੱਚ ਨੇ, ਪਰ ਡੈਸੀਮਲ ਨੂੰ ਆਪਾਂ ਖਤਮ ਕਰ ਲੈਂਦੇ ਹੈਗੇ ਹਾਂ। ਕਿਵੇਂ? ਆਪਾਂ ਨੂੰ ਪਤਾ ਜਿਹੜਾ 1 ਮੀਟਰ ਹੁੰਦਾ ਇਹ 'ਚ 100 ਸੈਂਟੀਮੀਟਰ ਹੁੰਦੇ ਨੇ, ਤਾਂ 0.17 ਮੀਟਰ ਕਿੰਨਾ ਹੋ ਗਿਆ? ਇਹਨੂੰ 0.17 ਨੂੰ 100 ਨਾਲ ਮਲਟੀਪਲਾਈ ਕਰਤਾ, ਇਹ ਸੈਂਟੀਮੀਟਰ ਆ ਜਾਣਗੇ, ਇਹ ਬਣ ਗਿਆ 7 ਸੈਂਟੀਮੀਟਰ। ਇਹਦੇ ਵਿੱਚ ਐਂ ਕਿ ਡੈਸੀਮਲ ਜਿਹੜਾ ਉਹ ਖਤਮ ਹੋ ਜਾਏਗਾ ਨਾ, ਸੌਖਾ ਰਹੂਗਾ ਆਪਾਂ ਨੂੰ। ਆਪਾਂ ਫਿਰ ਲੈਂਥ ਨੂੰ ਮੀਟਰ ਦੀ ਥਾਂ ਤੇ ਆਪਾਂ ਸੈਂਟੀਮੀਟਰ 'ਚ ਕਨਵਰਟ ਕਰ ਲੈਂਦੇ, ਫਰਕ ਤਾਂ ਕੋਈ ਨਹੀਂ ਪੈਂਦਾ, ਜਿਸ ਤਰ੍ਹਾਂ ਮਰਜ਼ੀ ਕਰ ਲਵੋ। ਜਿਵੇਂ ਦੂਜੀ ਲੈਂਥ ਕੀ ਹੈਗੀ ਹੈ ਹੋਰ 0.13 ਮੀਟਰ, ਇਹ ਕਿੰਨੀ ਬਣੇਗੀ 13 ਸੈਂਟੀਮੀਟਰ। ਇੱਕ ਹੈਗਾ 0.05 ਮੀਟਰ, ਇਹ ਬਣ ਜਾਏਗੀ 5 ਸੈਂਟੀਮੀਟਰ। ਇਹ ਆਪਾਂ ਨੂੰ ਗਿਵਨ ਹੈ ਜੀ। ਹੁਣ ਆਪਾਂ ਸਟੇਟਮੈਂਟ ਪੜ੍ਹਦੇ ਹਾਂ ਧਿਆਨ ਨਾਲ। ਸਟੇਟਮੈਂਟ ਤਾਂ ਤੁਸੀਂ ਦੇਖ ਹੀ ਲਓਗੇ, ਸਟੇਟਮੈਂਟ ਸਮਝਦੇ ਹਾਂ ਆਪਾਂ ਕਿ ਸਟੇਟਮੈਂਟ ਕੀ ਕਿਹਾ ਉਹਨਾਂ ਨੇ, ਫਿਰ ਦੇਖਦੇ ਹਾਂ ਇਹ 'ਚ ਕੁਐਸਚਨ ਕਿਵੇਂ ਸੋਲਵ ਕਰਨਾ। ਦੀ ਐਂਡਸ ਆਫ ਇਨ ਇਲਾਸਟਿਕ ਸਟਰਿੰਗ 17 ਸੈਂਟੀਮੀਟਰ, ਹੁਣ 17 ਸੈਂਟੀਮੀਟਰ ਲੰਬੀ ਹੈ। ਇੱਕ A B, ਦੇਖਿਓ ਧਿਆਨ ਨਾਲ, ਇਹਦੇ ਵਿੱਚ ਸਟਰਿੰਗ ਆ A B ਦੇ ਵਿੱਚ, ਤੇ A B ਪੁਆਇੰਟ ਕਿੱਦਾਂ ਮੰਨਣੇ ਦਿੱਤਾ ਹੋਇਆ ਉਹਨਾਂ ਨੇ 13 ਸੈਂਟੀਮੀਟਰ ਅਪਾਰਟ, 13 ਸੈਂਟੀਮੀਟਰ ਅਪਾਰਟ ਨੇ। ਮਤਲਬ ਆਹ ਡਿਸਟੈਂਸ ਇਨ ਸੇਮ ਹੌਰੀਜ਼ੌਂਟਲ ਲਾਈਨ। ਹੌਰੀਜ਼ੌਂਟਲ ਲਾਈਨ ਕਿਹੜੀ ਹੁੰਦੀ ਹੈਗੀ ਆ? ਹਰੇਕ ਗੱਲ, ਹਰੇਕ ਵਰਡ ਧਿਆਨ ਨਾਲ ਪੜ੍ਹਨਾ ਹੈਗਾ, ਫਿਰ ਉਸ ਨਾਲ ਡਾਇਗਰਾਮ ਬਣੇਗੀ। ਐ ਨਹੀਂ ਹੈ ਕਿ ਤੁਸੀਂ ਅੱਧਾ ਸਟੇਟਮੈਂਟ ਪੜ੍ਹਦੀ ਫਿਰ ਡਾਇਗਰਾਮ ਬਣਾਉਣ ਲੱਗ ਜਾਓਗੇ, ਫਿਰ ਡਾਇਗਰਾਮ ਵੀ ਅੱਧੀ ਬਣੂਗੀ ਤੁਹਾਡੀ ਜੇ ਸਟੇਟਮੈਂਟ ਅੱਧੀ ਪੜ੍ਹੋਗੇ। ਤਾਂ ਸਟੇਟਮੈਂਟ ਸਾਰੇ ਧਿਆਨ ਨਾਲ ਪੜ੍ਹ ਕੇ ਫਿਰ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰਨੀ। ਹੌਰੀਜ਼ੌਂਟਲ ਲਾਈਨ ਹੁੰਦੀ ਹੈ, ਇਹ ਹੌਰੀਜ਼ੌਂਟਲ ਹੁੰਦਾ, ਇੱਦਾਂ ਵਰਟੀਕਲ ਹੁੰਦਾ। ਇਹ ਸਿੱਧੀ ਇੱਦਾਂ ਹੌਰੀਜ਼ੌਂਟਲ ਹੁੰਦੀ ਆ, ਜਿਹੜੀ ਪਰਪੈਂਡੀਕੂਲਰ ਹੁੰਦੀ ਹੈ ਕਿ ਉਹਨੂੰ ਕਹਿੰਦੇ ਆਪਾਂ ਵਰਟੀਕਲ। ਇਹ ਇੱਕੋ ਹੌਰੀਜ਼ੌਂਟਲ ਲਾਈਨ ਦੇ ਵਿੱਚ ਨੇ, ਮਤਲਬ ਇੱਦਾਂ ਨੇ। ਕਹਿਣ ਦੀ ਗੱਲ ਕੀ ਹੈਗੀ ਆ ਕਿ A ਤੇ B ਪੁਆਇੰਟ ਇੱਦਾਂ ਨਹੀਂ ਹੈਗੇ, ਮਤਲਬ ਇਹ ਟੇਢੇ ਆ ਰਹੇ ਨੇ, ਹੌਰੀਜ਼ੌਂਟਲ ਲਾਈਨ ਦੇ ਵਿੱਚ ਨਹੀਂ ਆ ਰਹੇ ਹੈਗੇ। ਮਤਲਬ ਕਿ ਸਿੱਧੇ ਇੱਕੋ ਲਾਈਨ 'ਚ ਮੰਨਣੇ ਆਪਾਂ, ਸਿੱਧੇ ਹੌਰੀਜ਼ੌਂਟਲ ਲਾਈਨ 'ਚ ਮੰਨਣੇ ਆ, ਇਹਦਾ ਟੇਢੇ ਨਹੀਂ ਮੰਨਣੇ ਹੈਗੇ ਆਪਾਂ। ਇਹਦੇ ਵਿੱਚ ਇਹ ਤਿੰਨੇ ਇੱਕੋ ਲਾਈਨ ਦੇ ਵਿੱਚ ਨੇ। ਹੁਣ ਥੋੜ੍ਹੀ ਪ੍ਰੋਬਲਮ ਇਹ ਆ ਗਈ ਕਿ ਇਹ 13 ਸੈਂਟੀਮੀਟਰ ਨੇ ਡਿਸਟੈਂਸ ਦਿੱਤਾ ਹੋਇਆ ਆਪਾਂ ਨੂੰ, ਅਤੇ ਸਟਰਿੰਗ ਦੀ ਲੈਂਥ ਕੀ ਹੈਗੀ ਆ 17 ਸੈਂਟੀਮੀਟਰ। ਫਿਰ ਸਟਰਿੰਗ ਕੀ ਹੋਊਗੀ? ਜੇ ਆਪਾਂ ਇੱਥੇ ਦੋਨੇ ਸਿਰੇ ਬੰਨਾਂਗੇ ਸਟਰਿੰਗ ਦੇ, ਸਟਰਿੰਗ ਲੰਬੀ ਆ ਤਾਂ ਸਟਰਿੰਗ ਤੋਂ ਲੱਗ ਰਿਹਾ ਹੋਊਗਾ ਇੱਦਾਂ ਲੂਜ਼ ਹੋ ਜਾਏਗੀ, ਸਟਰਿੰਗ ਲੂਜ਼ ਹੋ ਜਾਏਗੀ। ਸਟਰਿੰਗ ਦੀ ਲੈਂਥ ਹੈਗੀ 17 ਸੈਂਟੀਮੀਟਰ, ਆਹ ਡਿਸਟੈਂਸ ਹੈਗਾ 13 ਸੈਂਟੀਮੀਟਰ। ਇਹਦੇ ਵਿੱਚ ਆਪਾਂ ਸਟਰਿੰਗ ਦੇ ਦੋਨੇ ਹਿੱਸੇ ਬੰਨਾਂਗੇ, ਐਂਡਸ ਸਟਰਿੰਗ ਦੇ ਦੋਨੇ ਹਿੱਸੇ ਬੰਨ੍ਹਤੇ ਤਾਂ ਸਟਰਿੰਗ ਤਾਂ ਲੂਜ਼ ਹੋ ਜਾਏਗੀ। ਚਲੋ ਫਿਰ ਦੇਖਦੇ ਹਾਂ ਕੀ ਕਿਹਾ ਉਹਨਾਂ ਨੇ। ਇਸ ਤੋਂ ਬਾਅਦ ਆਹ ਵੇਟ, ਫਿਰ ਵੇਟ ਬੰਨਿਆ ਇੱਥੇ ਕਿੱਥੇ ਵੇਟ ਬੰਨਿਆ ਉਹਨਾਂ ਨੇ? ਇਜ਼ ਅਟੈਚਡ ਟੂ ਪੁਆਇੰਟ O ਪੁਆਇੰਟ 'ਤੇ ਵੇਟ ਬੰਨਿਆ ਹੈਗਾ ਆਫ ਆ ਸਟਰਿੰਗ ਦੇ ਵਿੱਚ ਹੀ ਲਿਆ ਕਿਤੇ O ਪੁਆਇੰਟ। ਉਹ ਆਪਾਂ ਦੇਖਦੇ ਹਾਂ, ਦਿੱਤਾ ਹੋਇਆ O ਪੁਆਇੰਟ ਲੈਣਾ ਕਿੱਥੋਂ ਆਏਗਾ 5 ਸੈਂਟੀਮੀਟਰ ਫਰੋਮ ਐਂਡ A ਤੋਂ ਕਿਤੇ ਇੱਥੇ ਕਿਤੇ O ਪੁਆਇੰਟ ਲੈ ਕੇ, ਇਹ ਡਿਸਟੈਂਸ ਕੀ ਮੰਨਣਾ ਆਪਾਂ ਨੇ 5, ਲੰਬਾ ਲੈਣੀ ਥੋੜ੍ਹਾ ਜਿਹਾ ਉਹਦੇ ਲੈਣੇ ਆਪਾਂ ਨੇ, ਇਹ ਡਿਸਟੈਂਸ ਲੈਣਾ ਆਪਾਂ ਨੇ 5 ਸੈਂਟੀਮੀਟਰ। ਆਹ ਡਿਸਟੈਂਸ 5 ਸੈਂਟੀਮੀਟਰ ਹੋ ਗਿਆ ਜੀ। ਇੱਥੇ ਆਪਾਂ ਨੇ ਇੱਕ ਵੇਟ ਬਣਤਾ 4 kg। ਹੁਣ ਇੱਥੇ ਬਣਤਾ ਵੇਟ ਦੀ ਡਾਇਰੈਕਸ਼ਨ ਨੀਚੇ ਨੂੰ ਹੋਊਗੀ ਹਮੇਸ਼ਾ, ਵਰਟੀਕਲ। ਇਹ ਗੱਲ ਧਿਆਨ ਰੱਖਣੀ ਆ। ਨੀਚੇ ਡਾਇਰੈਕਸ਼ਨ ਕਿਉਂ ਹੁੰਦੀ ਆ? ਕਿਉਂਕਿ ਧਰਤੀ ਖਿੱਚਦੀ ਆ ਤਾਂ ਉਹਦਾ ਵੇਟ ਬਣਦਾ ਹੈਗਾ। ਵੇਟ ਕੀ ਹੁੰਦਾ ਹੈਗਾ ਆਪਣੇ ਕੋਲ? ਡਿਊ ਟੂ ਗ੍ਰੈਵਿਟੀ ਹੁੰਦਾ। ਧਰਤੀ ਖਿੱਚਦੀ ਆ ਤਾਂ ਹੀ ਉਹਦਾ ਭਾਰ ਬਣਦਾ ਹੈਗਾ, ਤਾਂ ਧਰਤੀ ਨੀਚੇ ਨੂੰ ਖਿੱਚਦੀ ਹੈਗੀ ਆ, ਇਸ ਕਰਕੇ ਵੇਟ ਦੀ ਡਾਇਰੈਕਸ਼ਨ ਨੀਚੇ ਨੂੰ ਹੋਊਗੀ।
ਨੀਚੇ ਬਣਾਇਆ ਆਪਾਂ, ਹੁਣ ਤੁਸੀਂ ਆਪ ਦੇਖ ਸਕਦੇ ਹੈਗੇ ਹੋ। ਜੇ ਆਪਾਂ ਇੱਥੇ ਵੇਟ ਬਣ ਕੇ ਇਹਨੂੰ ਹੈਂਗ ਕਰ ਦਾਂਗੇ, ਹੈਂਗ ਲਮਕਾ ਦੇਵਾਂਗੇ, ਤਾਂ ਇਹ ਖਿੱਚ ਪੈਦਾ ਕਰੇਗਾ ਸਟਰਿੰਗ ਦੇ ਵਿੱਚ। ਜੋ ਸਟਰਿੰਗ ਪਹਿਲਾਂ ਲੂਜ਼ ਪਈ ਸੀਗੀ ਉਹ ਸਟਰਿੰਗ ਇੱਕਦਮ ਸਟ੍ਰੈਚ ਹੋ ਜਾਏਗੀ, ਖਿਚਾ ਆ ਜਾਊਗਾ ਸਟ੍ਰੈਚ ਉਹਦੇ ਵਿੱਚ। ਤਾਂ ਪ੍ਰੋਪਰ ਡਾਇਗਰਾਮ ਕਿੱਦਾਂ ਬਣੇਗੀ ਉਹ ਦੇਖੋ। ਡਾਇਗਰਾਮ ਪ੍ਰੋਪਰ ਇਦਾਂ ਬਣੇਗੀ ਜੀ, ਇੱਧਰ ਹੀ ਬਣਾਉਣ ਏ ਬੀ ਆ, इतना खिंचाव पैदा हो जाएगा। ये ओ पॉइंट जे वेट लमकावांगे तो खिच पैदा हो जाएगी। ये गल ध्यान देखनी है। हुण ये गल समझने की कोशिश पानी है, समझनी है ध्यान नाल। इस डायग्राम किदा स्ट्रिंग किदा हैगी और वेट अपने हैंग किया लमकाया तो स्ट्रिंग स्ट्रैच किवें होगी, क्योंकि ये निक्की निक्की गल्लां जे हुण पता लगणगी, अगे क्वेश्चन फिर इहदे उपर बेस्ड आउणगे जिहड़े अगे क्वेश्चन करांगे आपां। जे इस छोटे छोटे कंसैप्ट नहीं आपको पता है तो अगले कंसैप्ट आपको बिल्कुल समझ नहीं आने है। इस करके हरेक क्वेश्चन ध्यान नाल देखना। तो गल उही है कि आप प्रैक्टिस करने की कोशिश करनी है। जे आप प्रैक्टिस करोगे थोड़ा कंसैप्ट क्लीयर होंगे, क्योंकि जो कोई सामने करवा रहा हो फिर तो काम सौखा लगो। जिवें टीचर थोड़ा करवा रहा है थोड़ा काम सौखा लगूगा। जो बच्चा आप ट्राई करता है उदों प्रॉब्लम सामने आउंदियां ने। इहदे विच फिर आपां ने ये हैंग करता। हुण की डायग्राम बन गई, ये सीगा 13 सेंटीमीटर, ये हैगा सी अपने कोल 5 सेंटीमीटर दिता सी। ये पूरी स्ट्रिंग की लेंथ कितनी सीगी जी 17 सेंटीमीटर। 5 इधर रह गई तो इधर 12 सेंटीमीटर लेंथ रह गई। टोटल लेंथ कितनी सी स्ट्रिंग की 17 सेंटीमीटर। 5 इधर रह गई दिता होया तो आह वाला हिस्सा 12 सेंटीमीटर होगा। हुण आपां पहलां कीता हैगा, जे वेट लमकावांगे इस स्ट्रिंग ने खिंचाव पैदा होगा। जे खिंचाव पैदा होगा, जदों खिंचाव आऊगा स्ट्रैच होगी तो अंदरों ही एक फोर्स ये क्रिएट होगी, इनबिल्ट फोर्स। उन्होंने कहने हैं आपां टेंशन T1 और T2। हुण ये गल समझो, ध्यान नाल देखो। ये जे आपां मास इत्थे लमकाता मतलब वेट 4 kg है इत्थे, जे वेट 4 kg हैगा और स्ट्रिंग खड़ गई तो उरे पॉइंट खड़ा हैगा तो उरे इक्विलिब्रियम होगा। मतलब ये स्ट्रिंग टुट नहीं रही हैगी, ये वेट सहार रही है। जे वेट सहार रही है तो इत्थे इक्विलिब्रियम होगा, खड़ जाएगा। नीचे तां जाऊगा जे ये टुट जाएगी स्ट्रिंग। ये किते गिवन नहीं है कि स्ट्रिंग जिहड़ी हैगी आ वो ब्रेक कर रही है, टुट रही है। दिस ये पार्टिकल इत्थे खड़ा होगा तो इक्विलिब्रियम होगा। ये गल पर मैं ज़्यादा जोर ला रहा है इक्विलिब्रियम वास्ते। जे इक्विलिब्रियम होगा तो लैम्बिस लानी है। उरे प्रॉब्लम की हैगी आ, उरे तो अपन पता ना कि लैम्बिस सिर्फ के क्वेश्चन कर रहे हैं तो पता कि लैम्बिस लगूगी। पर जे पेपर 'च क्वेश्चन आ गया अपन किवें डिसाइड करांगे, आपां बुक करांगे जिवें लैम्बिस सिर्फ एक कंसैप्ट हो गया, इदां ने जो पूरी बुक करांगे आपां 25-30 कंसैप्ट होणगे ओवरऑल। हुण 25-30 कंसैप्ट विचों आपां किवें डिसाइड करांगे किहड़ा कंसैप्ट कित्थे लाउणा है, तो ये देख लेना पहला आपां ने। चाहे इदां नहीं है कि लैम्बिस के एक्सरसाइज के विचों क्वेश्चन है तो लैम्बिस भी ला देनी सीधी अपने। ये भी देखना आपां ने कि लैम्बिस क्यों ला रहे हैं आपां। इक्विलिब्रियम बन रहा है और फोर्सां 3 हो गई। इक्विलिब्रियम हो 3 फोर्सां होण तो लैम्बिस लावांगे। तो लैम्बिस दे विच चलो तिन्ने फोर्सां पता है, T1 आ, ये T2 हैगी आ, ये 4 kg है। तिन्ने फोर्सां पता आपां नूं। तो लैम्बिस दे विच फोर्सां हुंदियां ने अते सामने वाले एंगल हुंदे। हुण एंगल नहीं पता आपां नूं। जे आपां नूं एंगल पता होणगे तां ही लैम्बिस नूं ला के अपनी फोर्सेज निकलणगीਆਂ। ਜਿਹੜਾ लास्ट टाइम क्वेश्चन कराया सी आपां ने ਉਹਦੇ ਵਿੱਚ 3 एंगल सौखे गिवन ਸੀਗੇ। बस यही है सौखे तो औखे 'ਚ फर्क ये है, एंगल नहीं गिवन है। आ लेंथ देतियां उन्हें दित्तियां क्यों ने, ये एंगल फाइंड करने वास्ते दित्तियां ने उन्होंने। पहला आप एंगल फाइंड करांगे उस तो बाद फिर लैम्बिस नूं ला के अपना आंसर आऊगा। हुण ये एंगल कितना फाइंड करने ने, ये हुण थोड़ी जोमैट्री आ जाऊगी, जोमैट्री तो ट्रिग्नोमैट्री ये यूज़ करके आप ये विचों पहला एंगल फाइंड करांगे। चलो करवा रहे हैं जी, वो देख लियो।
ਜਿਵੇਂ ਜਿਵੇਂ ਕੰਸੈਪਟ ਆਈ ਜਾਣਗੇ ਤੁਸੀਂ ਨੋਟ ਕਰੀ ਜਾਈਓ ਨਾਲ ਨਾਲ। ਸਭ ਤੋਂ ਪਹਿਲੀ ਗੱਲ ਇਹਦੇ ਵਿੱਚ ਇਹ ਆ, ਜੇ ਆਪਾਂ ਦੇਖੀਏ ਇੱਥੋਂ ਕੁਐਸਚਨ ਇੱਥੋਂ ਸ਼ੁਰੂ ਹੋਏਗਾ ਜੀ। ਇਨ ਟਰਾਇੰਗਲ AOB, ਜੇ AOB ਟਰਾਇੰਗਲ ਲਈਏ, ਜੇ ਗੌਰ ਨਾਲ ਆਪਾਂ ਦੇਖੀਏ ਕਿ ਜਿਹੜਾ AB ਸਕੁਏਅਰ ਹੈਗਾ ਉਹ 13 ਸਕੁਏਅਰ ਬਣੇਗਾ 169, ਜਿਹੜਾ AO ਸਕੁਏਅਰ ਹੈਗਾ ਇਹ ਬਣੇਗਾ 5 ਦਾ ਸਕੁਏਅਰ 25, ਜਿਹੜਾ BO ਦਾ ਸਕੁਏਅਰ ਹੈਗਾ ਇਹ ਬਣੇਗਾ 12 ਦਾ ਸਕੁਏਅਰ ਇਕੁਅਲ ਟੂ 144। ਇਹਦੇ 'ਚ ਇੱਕ ਰਿਲੇਸ਼ਨ ਬਣ ਰਿਹਾ ਹੈਗਾ। ਰਿਲੇਸ਼ਨ ਕੀ ਬਣ ਰਿਹਾ ਹੈਗਾ, ਹੇਅਰ AB ਸਕੁਏਅਰ ਇਕੁਅਲ ਟੂ AO ਸਕੁਏਅਰ ਪਲੱਸ BO ਸਕੁਏਅਰ। ਦੇਖ ਲਓ ਧਿਆਨ ਨਾਲ, 25 ਤੇ 144 ਆਪਾਂ ਐਡ ਕੀਤਾ 169 ਆਏਗਾ। ਇਹ ਪਾਇਥਾਗੋਰਸ ਥਿਊਰਮ ਆ, ਤੇ ਪਾਇਥਾਗੋਰਸ ਥਿਊਰਮ ਤਾਂ ਵੈਲਿਡ ਹੁੰਦੀ ਹੈ, ਤਾਂ ਲੱਗਦੀ ਹੁੰਦੀ ਹੈ ਕਿ ਜੇ ਟਰਾਇੰਗਲ ਕੀ ਹੋ ਗਿਆ ਆਪਣੇ ਕੋਲ, ਰਾਈਟ ਐਂਗਲ ਟਰਾਇੰਗਲ। ਮਤਲਬ ਦੇਅਰਫੋਰ ਟਰਾਇੰਗਲ AOB ਕੀ ਬਣ ਜਾਏਗਾ, ਇਜ਼ ਰਾਈਟ ਐਂਗਲਡ ਟਰਾਇੰਗਲ। ਇਹ ਰਾਈਟ ਐਂਗਲ ਟਰਾਇੰਗਲ ਹੋਊਗਾ। ਮਤਲਬ ਰਾਈਟ ਐਂਗਲ ਦਾ ਮਤਲਬ ਹੁੰਦਾ, ਰਾਈਟ ਐਂਗਲ ਟਰਾਇੰਗਲ ਉਹਨੂੰ ਕਹਿੰਦੇ ਹੈਗੇ ਆ ਜਿਸ ਟਰਾਇੰਗਲ ਦੇ ਵਿੱਚ ਇੱਕ ਐਂਗਲ 90 ਡਿਗਰੀ ਹੋਵੇ। ਇਹਨੂੰ ਕਹਿੰਦੇ ਆ ਆਪਾਂ ਰਾਈਟ ਐਂਗਲਡ ਟਰਾਇੰਗਲ। ਰਾਈਟ ਕਹਿੰਦੇ ਆ ਆਪਾਂ 90 ਨੂੰ, 90 ਐਂਗਲਡ ਟਰਾਇੰਗਲ ਜਿਹਦੇ ਵਿੱਚ 90 ਦਾ ਐਂਗਲ ਹੋਵੇ। ਇਹ ਰਾਈਟ ਐਂਗਲ ਟਰਾਇੰਗਲ ਬਣ ਗਿਆ ਆਪਣੇ ਕੋਲ। ਹੁਣ ਇਹ ਦੇਖਣਾ ਹੈ ਕਿ 90 ਡਿਗਰੀ ਦਾ ਲੱਗ ਗਿਆ ਪਤਾ ਕਿ ਇਹਨਾਂ ਵਿੱਚੋਂ ਇੱਕ ਐਂਗਲ 90 ਡਿਗਰੀ ਹੋਊਗਾ, ਉਹ ਕਿਹੜਾ ਐਂਗਲ ਹੋਊਗਾ। ਇਹ ਪਹਿਲਾਂ ਵੀ ਕੀਤਾ ਸੀਗਾ, ਸਟਾਰਟਿੰਗ 'ਚ ਲੈਕਚਰਾਂ 'ਚ ਕਰਵਾਇਆ ਸੀਗਾ ਕਿ ਟਰਾਇੰਗਲ ਆ, ਇਹਦੇ 'ਚ ਆਪਾਂ ਬੇਸ, ਪਰਪੈਂਡੀਕੂਲਰ ਅਤੇ ਹਾਈਪੋਟਨਿਊਸ ਇਹ ਡਿਸਾਈਡ ਕਰਨੇ ਹੋਣ। ਬੇਸ, ਪਰਪੈਂਡੀਕੂਲਰ ਅਤੇ ਹਾਈਪੋਟਨਿਊਸ ਇਹ ਡਿਸਾਈਡ ਕਰਨੇ ਹੋਣ ਤਾਂ ਆਪਾਂ ਕਿਹਾ ਸੀ ਕਿ ਐਂਗਲ ਦੇ ਸਾਹਮਣੇ 90 ਦੇ ਸਾਹਮਣੇ ਹੁੰਦਾ ਹਾਈਪੋਟਨਿਊਸ, ਜੇ ਯਾਦ ਹੋਵੇ। ਜਿਹੜਾ ਆਪਾਂ ਐਂਗਲ ਲੈ ਰਹੇ ਹਾਂ ਉਹਦੇ ਸਾਹਮਣੇ ਹੁੰਦਾ ਪਰਪੈਂਡੀਕੂਲਰ, ਜੋ ਬਾਕੀ ਬਚ ਗਿਆ ਉਹ ਬੇਸ ਹੁੰਦਾ। ਇੱਦਾਂ ਪਹਿਲਾਂ ਕਰਵਾਇਆ ਸੀਗਾ ਜੀ। ਉਵੇਂ ਆ, ਜਿਵੇਂ 90 ਸਾਹਮਣੇ ਹਾਈਪੋਟਨਿਊਸ ਹੁੰਦਾ ਹੈਗਾ ਤਾਂ ਹਾਈਪੋਟਨਿਊਸ ਦੇ ਸਾਹਮਣੇ ਕੀ ਹੁੰਦਾ ਐਂਗਲ 90। ਮਤਲਬ ਇਹ ਨਹੀਂ ਪਤਾ ਕਿ ਬੇਸ ਕਿਹੜਾ, ਪਰਪੈਂਡੀਕੂਲਰ ਕਿਹੜਾ ਹੈਗਾ। ਬੇਸ ਸਕੁਏਅਰ ਪਲੱਸ ਪਰਪੈਂਡੀਕੂਲਰ ਸਕੁਏਅਰ ਇਜ਼ ਇਕੁਅਲ ਟੂ ਹਾਈਪੋਟਨਿਊਸ ਸਕੁਏਅਰ ਹੋਊਗਾ। ਇਹ ਨਹੀਂ ਪਤਾ ਕਿ ਇਹ ਬੇਸ ਆ ਕੇ ਪਰਪੈਂਡੀਕੂਲਰ, ਕੁਛ ਨਹੀਂ ਪਤਾ ਆਪਾਂ ਨੂੰ, ਪਰ ਇਹ ਤਾਂ ਕਨਫਰਮ ਹੈ ਇੱਕੋ ਹੀ ਹੈ, ਹਾਈਪੋਟਨਿਊਸ ਆ। ਜੇ ਇਹ ਹਾਈਪੋਟਨਿਊਸ ਹੈਗਾ ਤਾਂ ਇਹਦੇ ਸਾਹਮਣੇ ਵਾਲਾ ਐਂਗਲ ਕਿੰਨਾ ਹੋਊਗਾ, 90। ਇਹ ਐਂਗਲ 90 ਇੱਦਾਂ ਬਣਾ ਲਿਆ। ਡਾਇਗਰਾਮ ਥੋੜ੍ਹੀ ਵੱਡੀ ਜਿਹੀ ਬਣਾਈਓ, ਵੱਡੀ ਡਾਇਗਰਾਮ ਬਣਾਈਓ, ਫਿਰ ਤੁਹਾਨੂੰ ਪ੍ਰੋਪਰ ਕਲੀਅਰ ਹੋ ਜਾਊਗਾ। ਹਜੇ ਵੀ ਆਪਣਾ ਆਨਸਰ ਕੁਝ ਬਣਿਆ ਨਹੀਂ ਹੈਗਾ। ਕਿਉਂ? ਕਿਉਂਕਿ ਇੱਕ ਐਂਗਲ ਤਾਂ ਜੋ ਨਿਕਲ ਗਿਆ ਆਹ ਵਾਲਾ, ਆਹ ਐਂਗਲ ਨਹੀਂ ਪਤਾ ਕਿੰਨੇ ਹੋਣਗੇ, ਹਜੇ ਪ੍ਰੋਪਰ ਐਂਗਲ ਨਿਕਲੇ ਨਹੀਂ ਹੈਗੇ ਜੇ ਆਪਣੇ। ਹੁਣ ਆਪਾਂ ਫਿਰ ਇਹ ਐਂਗਲ ਕੱਢਾਂਗੇ। ਹੁਣ ਇਹ ਐਂਗਲ ਕਿਵੇਂ ਕੱਢਣੇ ਉਹ ਦੇਖਿਓ ਧਿਆਨ ਨਾਲ। ਇਹਨੂੰ ਪਿੱਛੇ ਨੂੰ ਪ੍ਰੋਡਿਊਸ ਕਰ ਰਹੇ ਹਾਂ। ਇਹ ਪਿੱਛੇ ਪ੍ਰੋਡਿਊਸ ਕਰਤਾ ਆਪਾਂ ਨੇ। ਹੁਣ ਇਹ ਗੱਲ ਸਮਝਣੀ ਹੈ ਸਾਰੇ ਧਿਆਨ ਨਾਲ। ਇਹ ਐਂਗਲ ਕਿੰਨਾ ਹੋਊਗਾ, ਜਿਹੜਾ ਆਹ ਵਾਲਾ ਐਂਗਲ ਇਹ ਕਿੰਨਾ ਹੋਊਗਾ, ਇਹ ਸੋਚੋ। ਇਹ ਸੋਚਣਾ ਤੁਸੀਂ ਕਿ ਇਹ ਐਂਗਲ ਕਿੰਨਾ ਬਣੇਗਾ ਜੀ। ਇਹ ਕਿਵੇਂ ਸੋਚਣਾ ਆਪਾਂ ਨੇ, ਇਹ ਲਾਈਨ ਹੈਗੀ ਹੌਰੀਜ਼ੌਂਟਲ, ਕਿਉਂ ਦਿੱਤਾ ਹੋਇਆ ਆਪਾਂ ਨੂੰ, ਤੇ ਇਹ ਲਾਈਨ ਕੀ ਹੈ ਵਰਟੀਕਲ। ਵਰਟੀਕਲ ਕਿਉਂ ਹੈਗਾ, ਬਿਕੋਜ਼ ਵੇਟ ਹਮੇਸ਼ਾ ਨੀਚੇ ਨੂੰ ਐਕਟ ਕਰਦਾ ਹੁੰਦਾ। ਹੌਰੀਜ਼ੌਂਟਲ ਤੇ ਵਰਟੀਕਲ 'ਚ ਐਂਗਲ ਕਿੰਨਾ ਹੁੰਦਾ ਹਮੇਸ਼ਾ 90, ਤਾਂ ਇਹ ਐਂਗਲ ਕਿੰਨਾ ਆਪਣੇ ਕੋਲ 90 ਆ। ਹੁਣ ਇਹਦੀ ਲੋੜ ਕਿਵੇਂ ਪਏਗੀ, ਆਪਾਂ ਮੈਂ T1 ਇੱਧਰ ਪਾ ਦਿੰਦਾ ਤੇ ਆਹ ਪੁਆਇੰਟ ਆਪਾਂ D ਮੰਨ ਲਿਆ, C ਮੰਨ ਲਓ। ਇਹ ਪੁਆਇੰਟ ਆਪਾਂ ਨੇ C ਲੈਣਾ। ਜਿਨ੍ਹਾਂ ਨੇ +1 10ਵੀਂ ਤੱਕ ਜਿਓਮੈਟਰੀ ਕੀਤੀ ਹੋਈ ਹੈ ਚੰਗੀ ਤਰ੍ਹਾਂ, ਉਹਨੂੰ ਤਾਂ ਸੌਖਾ ਲੱਗੂਗਾ। ਬਾਕੀ ਕਈਆਂ ਨੂੰ ਔਖਾ ਲੱਗਿਆ, ਕੋਈ ਖਾਸ ਵੱਡੀ ਪ੍ਰੋਬਲਮ ਨਹੀਂ ਹੈ, 10th ਲੈਵਲ ਦਾ ਕੰਮ ਆ। ਹੁਣ ਆਪਾਂ BSc ਸੈਕੰਡ ਈਅਰ 'ਚ ਹੋ ਰਹੇ ਹਾਂ। ਆਪਾਂ ਤੋਂ 4 ਸਾਲ ਛੋਟਾ ਕੰਮ ਆ ਜੀ, 9th 4-5 ਸਾਲ ਛੋਟਾ ਕੰਮ ਆ, 9th 10th ਦਾ ਕੰਮ ਹੈ ਸਾਰਾ। ਇਹ ਤਾਂ ਆਪਾਂ ਹੁਣ ਕਰ, ਜੇ ਪਹਿਲਾਂ ਆਪਾਂ ਨੂੰ ਪਹਿਲਾਂ ਵਾਲਾ ਕੰਮ ਆਪਾਂ ਨੂੰ ਨਹੀਂ ਯਾਦ ਹੈ ਤਾਂ ਹੁਣ ਕਰ ਸਕਦੇ ਹਾਂ ਆਪਾਂ। 4-5 ਸਾਲ ਪੁਰਾਣਾ ਕੰਮ ਆ, ਛੋਟੇ ਲੈਵਲ ਦਾ ਕੰਮ ਹੈਗਾ। ਹੁਣ ਆਪਾਂ ਲੈਵਲ ਵੱਡਾ ਹੋ ਚੁੱਕਿਆ BSc 'ਚ। ਇਹ ਮੰਨਿਆ ਜਾਂਦਾ ਹੈਗਾ ਜਿਵੇਂ ਜਿਵੇਂ ਬੱਚਾ ਵੱਡਾ ਹੋਈ ਜਾਂਦਾ ਦਿਮਾਗ ਤੇਜ਼ ਹੋਈ ਜਾਂਦਾ ਹੈਗਾ। ਹੁਣ ਤੁਸੀਂ ਇਹ ਕੰਸੈਪਟ ਲਿਖ ਲੈਣੇ ਨੇ ਸਾਰੇ ਕਿਤੇ ਕਿ ਕੰਸੈਪਟ ਕੀ ਆ ਰਹੇ ਨੇ। ਜਿਵੇਂ ਇੱਕ ਆਪਾਂ ਨੇ ਕੀਤਾ ਹੈਗਾ ਪਾਇਥਾਗੋਰਸ ਕੀਤਾ ਆਪਾਂ ਨੇ। ਜੇ ਤਾਂ ਆਉਂਦਾ ਚੰਗੀ ਗੱਲ ਆ, ਨਹੀਂ ਆਉਂਦੇ ਹੈਗਾ ਤਾਂ ਲਿਖ ਲਓ ਕਿਤੇ, ਯਾਦ ਰੱਖਣੇ ਸੌਖੇ ਰਹਿਣਗੇ। ਅਤੇ ਇਹ ਗੱਲ ਇੱਦਾਂ ਨਹੀਂ ਹੈ ਕਿ ਜਿਵੇਂ ਹੁਣ ਆਹ ਕੰਸੈਪਟ ਕਰਵਾਤਾ ਮੰਨ ਲਓ ਬਸ ਇਹ ਕੁਐਸਚਨ ਵਿੱਚ ਹੀ ਖਤਮ ਹੋ ਗਿਆ।
ये अगे भी कंसैप्ट आउणगे सारे। इस करके जिन्ना तुसीं जोर कंसैप्टां उपर हुण ला लवोगे, हुण समझ लवोगे, तुहानूं अगे सौखा रहूगा। देखो ध्यान अगर ये एंगल 90 डिग्री हो गया अपने को, इनू आपां ने अल्फा सपोज कर लिया ये एंगल, तो फिर यह एंगल कितना होगा जी, ये वाला एंगल ये 90 है, ये अल्फा हैगा, तो ये वाला एंगल तुसीं देख सकते हैं क्यों ये 90 माइनस अल्फा बनेगा। हुण दो ट्रायंगलों के विच, एक ट्रायंगल दे विच दो एंगल पता हो 90 होवे अल्फा होवे, ये हुण सीधा कट्टण की आदत पाओ जी किवें आऊगा। तीजा एंगल कितना कट्टांगे 180 दे विचों ये दोनों एंगल आपां सबट्रैक्ट कर देवांगे, 180 दे विचों ये दोनों एंगल आपां सबट्रैक्ट कर देवांगे, ये 90 माइनस अल्फा आ जाएगा। ये पूरा एंगल कितना सीगा जी, पूरा 90 सी पूरा एंगल, ये कितना हो गया 90 माइनस अल्फा, तो आ जिहड़ा बाकी एंगल कितना बचेगा, ये मैं T2 इधर पा ना, T2 आप इधर पाता, ये एंगल 90 है जी, ये एंगल आप हुणी कढ़िया कितना हैगा 90 माइनस अल्फा, तो जिहड़ा बाकी बच गया एंगल कितना होगा अल्फा होगा, ये 90 सबट्रैक्ट कर देवांगे, ਜਾਂ जोड़ के देख लो अल्फा 90 पाता कि नहीं पाता। हुण ये एंगल कट्टने सीधे कट्टण की आदत पाओ, कढ़िया किवें आपां 90 दे विचों 90 माइनस अल्फा सबट्रैक्ट किया हैगा, फिर इत्थों अल्फा आ जाऊगा। हुण देखियो ध्यान नाल, आ एंगल आप 90 माइनस अल्फा आएगा, तो आ वाला एंगल कितना होगा जी, टोटल एंगल कितना बनता 180, 180 दे विचों आ वाला सबट्रैक्ट किया कितना आ गया 90 प्लस अल्फा, ये वाला एंगल, ये एंगल कितना बनेगा टोटल कितना होंदा 180, तो ये कितना हैगा जी अल्फा, तो ये कितना बन गया 180 माइनस अल्फा। गौर नाल देखो जी सारे एंगल लग गए पता हूँ विच वाले सारे एंगल किवें, आ 90 प्लस अल्फा, ये 90 माइनस अल्फा, ये अल्फा, ये 180 माइनस अल्फा। हुण लैमिसलम आप लगा सकते हैं, पर प्रॉब्लम हजे भी हैगी आ, अल्फा नहीं पता अपन हजे, एंगल तो कढ़ लिए अपने सारे, पर सारे एंगल की ने अल्फा की फॉर्म च ने, जो अल्फा पता होगा तो ही प्रॉपर एंगल निकलणगे सारे, तो ही निकलेगा। फिर हुण आप अल्फा कढ़ते हैं, देखो ध्यान अगे, ये सारा काम तो डायग्राम च करना है, हुण अगे कंटिन्यू कर रहे हैं आप। जे आपां AOB नूं शो किया राइट एंगल ट्रायंगल आ, राइट एंगल ट्रायंगल आ, गौर नाल देखियो, तो कॉस अल्फा कितना होगा, ट्रायंगल AOB, ट्रायंगल AOB, ये सारे ट्रायंगल जा ट्रायंगल आ बड़ा सारा, सामने वाली की होगी हाईपोटेन्यूज 90 सामने हो गया हाईपोटेन्यूज, एंगल के सामने की हो गया अपने को परपेंडिकुलर, बाकी की बच गया बेस, बेस अपॉन हाईपोटेन्यूज की होंगे कॉस, मतलब OB अपॉन AB, OB अपॉन AB, ये आ गया अपने को OB कितना 12, ये 12/13 आ गया। हूँ फिर प्रॉब्लम आ गई ये विचों जी, ये मैं प्रॉब्लम तो कह रहा है कि अपना मतलब कि हजे भी प्रॉपर लग नहीं रहा कि आंसर बनूगा, भाई क्वेश्चन का सॉल्व हो जाएगा, सौखा ही है। प्रॉब्लम मैं इदा कह रहा है जे तो अपने को आंदा जी कॉस अल्फा इक्वल टू हाफ, फिर तो काम सॉल्व हो गया सी, कॉस किहड़े एंगल से हाफ होंदा 60 पे, अल्फा निकल गया, अल्फा निकल गया, ये भर के ये भी एंगल आ जाऊगा, ये भी आ जाऊगा, ये भी आ जाऊगा, ये भी आ जाऊगा, पर आपको ये नहीं पता कि अल्फा कॉस अल्फा किहड़े एंगल से 12/13 होंदा, ये पता ही नहीं है आपको। ਤਾਂ ही करके यही आ कि जिन्ने क्वेश्चन ਦੇ ਵਿੱਚੋਂ क्वेश्चन ਦੇ ਵਿੱਚ ਵਧੀਆ क्वेश्चन ਆਪਾਂ ਉਹਨੂੰ ਕਹਿੰਦੇ ਹੈਗੇ ਜਿਹ 'ਚ ਵੱਧ ਤੋਂ ਵੱਧ ਕਨਸੈਪਟ ਆਉਣ, ਕਿਉਂਕਿ ਪੇਪਰ ਦੇ ਵਿੱਚ क्वेश्चन ਪਾਉਣ ਦਾ ਮੀਨਿੰਗ ਕੀ ਹੁੰਦਾ ਕਿ ਪੇਪਰ ਦੇ ਵਿੱਚ क्वेश्चन ਤਾਂ ਪਾਉਣਾ ਕਿ ਬੱਚੇ ਨੂੰ ਕਨਸੈਪਟ ਵੱਧ ਤੋਂ ਵੱਧ ਚੈੱਕ ਕਰ ਸਕੀਏ। ਪੇਪਰ ਦੇ ਵਿੱਚ ਬੱਚੇ ਦੇ क्वेश्चन ਤਾਂ ਇੱਦਾਂ ਪਾਈਦਾ ਹੁੰਦਾ ਕਿ क्वेश्चन ਵਿੱਚ ਪੇਪਰ 'ਚ क्वेश्चन ਉਹ ਪਾਉਂਦੇ ਨੇ ਜਿਹ 'ਚ ਵੱਧ ਤੋਂ ਵੱਧ ਕਨਸੈਪਟ ਹੋਣ, ਤਾਂ ਜੋ ਟੀਚਰ ਇਹ ਚੈੱਕ ਕਰ ਸਕੇ कि बच्चे ने ਵੱਧ ਤੋਂ ਵੱਧ कंसैप्ट याद किए होने, उन्होंने आते हैं ਵੱਧ ਤੋਂ ਵੱਧ कंसैप्ट।
ਹੁਣ ਇਹਦੇ ਵਿੱਚ ਇੱਕ ਕਨਸੈਪਟ ਹੋਰ ਆ ਗਿਆ ਕਿ ਇਹ 'ਚ ਐਂਗਲ ਪਤਾ ਹੀ ਨਹੀਂ ਹੈਗਾ ਆਪਾਂ ਨੂੰ। ਕੌਸ ਪਤਾ ਨਹੀਂ ਕਿਹੜੇ ਐਂਗਲ ਤੇ 12/13 ਹੋਊਗਾ, 12/13 ਕਿਹੜੇ ਐਂਗਲ ਤੇ ਹੋਊਗਾ। ਤਾਂ ਇਹ ਕੌਸ ਨੂੰ ਕੌਸ ਹੀ ਰੱਖਾਂਗੇ। ਫਿਰ ਆਪਾਂ ਇੱਕ ਹੋਰ ਸਾਈਨ ਕੱਢਦੇ ਹਾਂ, ਇਹ ਲੋੜ ਇਹਦੀ ਲੋੜ ਪਏਗੀ ਆਪਾਂ ਨੂੰ। ਆਪਾਂ ਸਾਈਨ ਕੱਢਦੇ ਹਾਂ, ਇਹ ਕਿਉਂ ਕੱਢਿਆ, ਨਾਲ ਇਹਦੀ ਲੋੜ ਪੈਣੀ ਹੈ ਆਪਾਂ ਨੂੰ। ਸੋ ਸਾਈਨ ਕੀ ਹੋਊਗਾ ਜੀ, ਪਰਪੈਂਡੀਕੂਲਰ AO OA ਬਟਾ AB 5/13, ਇਹ 5/13 ਆ। ਇਹ ਮੈਂ ਰੱਬ ਕਰ ਰਿਹਾ ਸਾਰਾ। ਅੱਗੇ ਲਾ ਰਹੇ ਹਾਂ ਆਪਾਂ therefore by ਲੈਮਿਸ ਥਿਊਰਮ, ਦੇਖੋ ਕੀ ਬਣੇਗਾ ਜੀ, T1 ਅਪੋਨ ਸਾਹਮਣੇ ਕਿੰਨਾ ਐਂਗਲ ਹੈ ਜੀ, T1 ਅਪੋਨ ਬਾਕੀ ਦੋ ਫੋਰਸ ਐਂਗਲ ਕਿੰਨਾ ਹੈਗਾ 180 ਮਾਈਨਸ ਅਲਫਾ। ਇਹ ਬਣ ਗਿਆ ਸਾਈਨ 180 ਮਾਈਨਸ ਅਲਫਾ। T2 ਅਪੋਨ T2 ਦੇ ਸਾਹਮਣੇ ਆ ਦੋ ਫੋਰਸ ਐਂਗਲ ਕਿੰਨਾ ਬਣਦਾ ਜੀ 90 ਪਲੱਸ ਅਲਫਾ, ਸਾਈਨ 90 ਪਲੱਸ ਅਲਫਾ। 4 ਅਪੋਨ ਦੇਖਿਓ ਧਿਆਨ ਨਾਲ, 4 ਅਪੋਨ ਇਹ ਧਿਆਨ ਨਾਲ ਦੇਖੋ 4 ਅਪੋਨ ਆ ਦੋ ਫੋਰਸ T1 ਤੇ T2 'ਚ ਇਹ ਪੂਰਾ ਐਂਗਲ ਕਿੰਨਾ ਸੀਗਾ 90 ਸੀਗਾ, ਸਾਈਨ 90। ਹੁਣ ਇਹ ਗੱਲ ਇਹ ਸੀਗੀ ਜੀ ਇਹ ਕੌਸ ਸਾਈਨ ਦੋਨੇ ਕਿਉਂ ਕੱਢੇ ਨੇ, ਇਹ ਲੱਗ ਜਾਓ ਪਤਾ। ਇਹ ਧਿਆਨ ਸੀਗਾ ਪਹਿਲਾਂ, ਧਿਆਨ ਦੇ ਵਿੱਚ ਸੀਗਾ ਕਿ ਇਹ ਅੱਗੇ ਬਣਨਗੇ, ਇਹਨਾਂ ਲੋੜ ਪਏਗੀ। ਲੋੜ ਕਿੱਦਾਂ ਪਏਗੀ ਉਹ ਦੇਖ ਲਓ। ਇਹਦਾ ਬਹੁਤ ਵਾਰੀ ਕੀਤਾ ਹੋਇਆ ਆਪਾਂ। T1 ਅਪੋਨ ਸਾਈਨ 180 ਮਾਈਨਸ ਅਲਫਾ ਕੀ ਹੁੰਦਾ, ਸਾਈਨ ਅਲਫਾ। T2 ਅਪੋਨ ਇਹ ਟ੍ਰਿਗਨੋਮੈਟਰੀ ਦਾ ਕੰਸੈਪਟ ਹੈ ਜੀ, ਸਾਈਨ 90 ਪਲੱਸ ਅਲਫਾ। ਜੇ 90 ਹੋਵੇ ਤਾਂ ਸਾਈਨ ਨੂੰ ਕਾਸ 'ਚ ਕਨਵਰਟ ਕਰਨਾ ਹੁੰਦਾ, 90 ਪਲੱਸ ਅਲਫਾ। 90 ਦੇ ਵਿੱਚ ਕੁਛ ਐਡ ਕੀਤਾ ਸੈਕਿੰਡ ਕੁਆਡਰੈਂਟ, ਅਤੇ ਸੈਕਿੰਡ ਕੁਆਡਰੈਂਟ ਦੇ ਵਿੱਚ ਸਾਈਨ ਕੀ ਹੁੰਦਾ ਹੈਗਾ ਪੋਜ਼ਿਟਿਵ, ਤਾਂ ਸਾਈਨ ਦਾ ਆਂਸਰ ਕੀ ਆਊਗਾ ਪੋਜ਼ਿਟਿਵ ਆਊਗਾ। ਇਕੁਅਲ ਟੂ 4 ਸਾਈਨ 90 ਕਿੰਨਾ ਹੁੰਦਾ 1। ਹੁਣ ਇਹ ਗੱਲ ਧਿਆਨ ਸੀਗੀ ਕਿ ਉਰੇ ਸਾਈਨ ਅਲਫਾ ਅਤੇ ਕਾਸ ਅਲਫਾ ਦੋਨੇ ਆਉਣਗੇ, ਤਾਂ ਪਹਿਲਾਂ ਦੋਨੇ ਕੱਢ ਲਏ ਆਪਾਂ ਨੇ। ਹੁਣ ਸਾਈਨ ਅਲਫਾ ਦੀ ਵੈਲਿਊ ਭਰ ਦਾਂਗੇ 5/13, ਕਾਸ ਅਲਫਾ ਦੀ ਭਰ ਦਾਂਗੇ ਆਪਾਂ 12/13। ਇਹ 'ਚ ਭਰ ਕੇ ਸੋਲਵ ਕਰ ਲਵਾਂਗੇ, ਉਹ ਵੈਲਿਊ ਭਰ ਰਹੇ ਹਾਂ ਜੀ। Therefore T1 upon 5/13, T2 upon 12/13 equal to 4। ਪਹਿਲਾ ਤੇ ਆਖਰੀ ਕੰਪੇਅਰ ਕੀਤਾ ਆਪਾਂ ਨੇ, ਪਹਿਲਾ ਅਤੇ ਆਖਰੀ ਕੰਪੇਅਰ ਕੀਤਾ। T1 ਕਿੰਨਾ ਆ ਗਿਆ 20/13 ਅਤੇ T2 ਆ ਗਿਆ 48/13। ਇਹ ਆਪਣੇ ਦੋ ਆਂਸਰ ਹੋਏ। ਕੁਐਸਚਨ ਹੈ ਸਿੰਪਲ ਆ ਜੇ ਤੁਹਾਨੂੰ ਪੁਰਾਣੇ ਕਨਸੈਪਟ ਪਤਾ ਹੋਣ। ਜੇ ਪੁਰਾਣੇ ਕਨਸੈਪਟ ਹੁਣ ਨਹੀਂ ਪਤਾ ਹੈਗੇ ਤਾਂ ਇੱਕ ਕਨਸੈਪਟ ਕਿਤੇ ਇੱਕ ਕਾਪੀ 'ਚ ਲਿਖੀ ਜਾਓ, ਤਾਂ ਜੋ ਤੁਹਾਡੇ ਸਾਰੇ ਕਨਸੈਪਟ ਜਿਹੜੇ ਹੈਗੇ ਨੇ 10th ਲੈਵਲ ਜਾਂ ਟ੍ਰਿਗਨੋਮੈਟਰੀ ਦੇ ਉਹ ਇਕੱਠੇ ਇੱਕ ਥਾਂ ਲਿਖੇ ਜਾਣ। ਫਿਰ ਕਦੇ ਵੀ ਤੁਸੀਂ ਜੇ ਫ੍ਰੀ ਹੈਗੇ ਹੋ ਪੜ੍ਹ ਲਓ ਕਨਸੈਪਟ, ਜਾਂ ਪੇਪਰਾਂ ਵੇਲੇ ਤੁਸੀਂ ਪੜ੍ਹੋਗੇ, ਟੈਸਟ ਵੇਲੇ ਪੜ੍ਹੋਗੇ, ਤਾਂ ਤੁਹਾਨੂੰ ਉਹ ਕਨਸੈਪਟ ਇੱਕ ਥਾਂ ਪਏ ਮਿਲ ਜਾਣਗੇ, ਤੁਹਾਨੂੰ ਪੜ੍ਹਨੇ ਸੌਖੇ ਰਹਿਣਗੇ। ਹੁਣ ਹਜੇ ਇਹ ਕੁਐਸਚਨ ਵੀ ਸੌਖਾ ਸੀਗਾ ਜੀ। ਸੌਖਾ ਕਿਉਂ ਸੀਗਾ, ਕਿਉਂਕਿ ਇਹਦੇ 'ਚ ਰਾਈਟ ਐਂਗਲ ਟਰਾਇੰਗਲ ਬਣ ਗਿਆ, ਐਂਗਲ ਸੌਖੇ ਨਿਕਲ ਗਏ। ਹੁਣ ਇੱਕ ਕੁਐਸਚਨ ਹੋਰ ਕਰਵਾਉਣਾ ਹੈਗਾ ਆਪਾਂ, ਉਹ 'ਚ ਰਾਈਟ ਐਂਗਲ ਟਰਾਇੰਗਲ ਨਹੀਂ ਬਣਨਾ ਹੈਗਾ, ਉਹ ਕਿਵੇਂ ਕਰਾਂਗੇ ਆਪਾਂ। ਉਸ ਤੋਂ ਪਹਿਲਾਂ ਇਹਨੂੰ ਰੱਬ ਕਰ ਲਈਏ ਆਪਾਂ, ਇਹ ਮਟੇ ਲੈਣੇ। स्टेटमेंट पढ़ रहा है तुसी भी देख लो। 2 strings of length 4 meter and 5 meter are fastened to a particle of mass w kg, their ends being fastened at the points at the same level 6 meter apart. Find the tensions in the string। पहला स्टेटमेंट समझते हैं आप। 2 स्ट्रिंग्स ने देख लो जिन्हें लेंथ 4 मीटर से 5 मीटर आर फास्टनड। फास्टनड होंगे कि बनिया हुई ने।
टू अ पार्टिकल ऑफ मास W kg, मतलब दो स्ट्रिंग्स ने, एक हैगी आ 4, ये छोटी 4 बना ली अपन, जिहड़ी वड्डी हैगी आ वो 5 बना ली, 5 मीटर 4 मीटर। ये दोने अपने एक मास कितना हैगा जी W kg ਉਹਦੇ ਨਾਲ फास्टेंड मतलब बनिया हुई ने। इस तो बाद देयर एंड्स ਜਿਹੜੇ ਇਹਨਾਂ ਦੇ ਸਿਰੇ ਨੇ, ਸਿਰਾ ਹੁੰਦਾ एंड, आ सिरा एंड ਹੁੰਦਾ सिरा, एक सिरा ਤਾਂ आ सीधा ਬੰਨਿਆ ਹੋਇਆ ਆਪਾਂ, एक सिरा आ ਸੀਗਾ। ਇਹ एंड्स ਜਿਹੜੇ ਹੈਗੇ ਨੇ ਇਹ ਆਪਾਂ सेम लैवल ਦਾ मतलब ਹੁੰਦਾ कि जिन्ना ये उच्चा ग्राउंड तो उन्ना ही ये उच्चा, ਇਹਦਾ मीनिंग की बनया, फिर उचाई का मीनिंग की बनया, मतलब ये दोने हॉरिजोंटल लाइन के विच ने। जिवें मान लो ये ग्राउंड आ ग्राउंड हॉरिजोंटल लाइन आ हुंदी है ग्राउंड के पैरेलल, मतलब कि डिस्टेंस की होगा सारा का सेम, डिस्टेंस सेम मतलब कि वो इक्को लैवल से होंगे सारे। जे आ लाइन लवां, आह नीवा, ये उच्चा हो गया, ये लैवल वध गया, ਇਹਦਾ लैवल होर वध गया, ਇਹਦਾ लैवल होर वध गया। सेम लैवल का मतलब की बन गया अपने कोल कि हॉरिजोंटल लाइन आ, जी पिछे सी उदा। हुण ये ना वर्ड्स ध्यान रखने कि लैवल हॉरिजोंटल लाइन, क्योंकि जे स्टेटमेंट की पंजाबी करनी आ गई तो मेन गल डायग्राम बन गई सही अपनी, फॉर्मूले पता नहीं, गल सारी घूम फिर के उत्थे ही आऊगी जी। डायग्राम अपनी बन गई तो अपने फॉर्मूले सारे पता ने, आप कहांगे कि 90% क्वेश्चन सॉल्व हो गया। तो कोशिश करनी है कि डायग्राम बनाने की कोशिश, डायग्राम इदा नहीं है कि एक क्वेश्चन करके थोड़ा डायग्राम बनानी आ जाऊगी, डायग्राम बनानी थोड़ा तो आऊगी जे प्रैक्टिस करो। प्रैक्टिस का मतलब होंदा हैगा कि इक्को टाइप के 20-25 क्वेश्चन करो, इनू प्रैक्टिस करने आप कि इक्को टाइप के क्वेश्चन काफ़ी रिपीट करो तो प्रैक्टिस होगी। ये सेम लैवल ते ने अपने को हॉरिजोंटल लाइन के विच ने, इन्हें डिस्टेंस कितना हैगा जी अपने को 6 मीटर अपार्ट, आ डिस्टेंस 6 मीटर है, ये इन्हों उमें ओ मान लिया, ए मान लिया, बी मान लिया। हुण ये क्वेश्चन थोड़ा जिहा और कंपैरेटिव औखा हो जाऊगा, ये औखा किवें कह रहे हैं वो देख लो। पहला तो अपने को पाइथागोरस लग के एंगल 90 आ गया सी, ये 90 नहीं बनना एंगल, चेक कर लो, ये रफ च कर रहा मैं, 36 बनेगा, इसका स्केयर कितना आऊगा 16, इसका स्केयर कितना आ गया 25, 16 + 25 36 बराबर नहीं हैगा, जे नहीं हैगा तो एंगल 90 नहीं बनना ये, फिर प्रॉब्लम ये आ गई, फिर आप एंगल किवें कड्डांगे। हुण फिर प्रॉब्लम उदां ही आ गई, आप एंगल किद्दां कड्ढीए, इहनूं ज्वाइन कर लो पिछे। पहला किवें सी, ये एंगल आपां ये अल्फा मान लिया सीगा जी, पहला सौखा ही सी, ये 90 - अल्फा आ गया सी, जे पिछे किता सीगा उदां हो गया सीगा। मैं थोड़ी डायग्राम वड्डी बना लवां तो तुहानूं क्लीयर जिहा हो जाऊगा। थोड़ी डायग्राम वड्डी बना रहे हो, होर क्लीयर हो जाऊगा। ये डिस्टेंस 6 मीटर सीगा जी, ये 4 मीटर सीगा, ये 5 मीटर सीगा। हुणे कोई खास औखा नहीं है जिसमें पुराने कंसैप्ट +1 10th लैवल के कंसैप्ट याद हो थोनों, आप फिर भी एंगल कढ़ सकते हैं, पिछे प्रोड्यूस कर लिया। जे राइट एंगल ट्रायंगल ना हो भी आप एंगल फाइंड कर सकते हैं। जे ये 2 एंगल निकल गए, इन्हों मान लो आप अल्फा मान लिया, ये बीटा, वैसे ही है लिखना लिखियो ना हजे। जे ये 2 एंगल निकल गए जी, फिर आ भी निकल जाएगा 180 - अल्फा, आ भी निकल जाएगा, पिछे किया अपने फिर सारे एंगल निकल जाएंगे, तो बाय लेंबिस रूल लग के अपना आंसर आ जाएगा। हुण ये एंगल कढ़ने किवें ने, जिन्होंने पिछला कंसैप्ट याद हो उन्होंने पता होगा कि एंगल कढ़ने कोई खास औखे नहीं है, निकल जाएंगे एंगल। जे राइट एंगल ट्रायंगल ना भी हो भी आप एंगल कढ़ सकते हैं।
ਹੁਣ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨੂੰ ਸ਼ਾਇਦ ਔਖਾ ਲੱਗੇ, ਪਰ ਹੁਣ ਕੰਸੈਪਟ ਕਰਵਾਉਣ ਲੱਗੇ ਆ। ਇਹ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਕੰਸੈਪਟ ਹੁਣ ਕਰਵਾ ਦਿੱਤੇ ਤੁਹਾਨੂੰ ਉਹ ਤੁਸੀਂ ਕਿਤੇ ਕਾਪੀ ਲਿਖ ਲਓ, ਤੁਹਾਨੂੰ ਯਾਦ ਰਹਿਣ ਬਾਅਦ 'ਚੋਂ। ਕਿਉਂਕਿ ਇਹ ਕੰਸੈਪਟ ਇੱਦਾਂ ਨਹੀਂ ਕਿ ਉਰੇ ਕਰਵਾਤਾ ਤਾਂ ਖਤਮ ਆ ਕੰਸੈਪਟ, ਇਹ ਅੱਗੇ ਵੀ ਯੂਜ਼ ਹੋਣਗੇ, ਕੰਸੈਪਟ ਰਿਪੀਟ ਹੋ ਜਾਣਗੇ ਪੁਰਾਣੇ। ਫਿਰ ਕੀ ਕਰ ਰਹੇ ਹਾਂ ਜੀ, ਇਹ ਵਾਲਾ ਐਂਗਲ ਤਾਂ ਅਲਫਾ ਲੈ ਰਹੇ ਹਾਂ, ਇਹ ਬੀਟਾ ਲੈ ਰਹੇ ਹਾਂ। ਇਹ ਕਿਉਂ ਲੈਣ ਲੱਗ ਜਾਓ ਪਤਾ, ਜੇ ਇਹ ਐਂਗਲ ਅਲਫਾ ਹੈਗਾ, ਵੇਟ ਕੀ ਹੁੰਦਾ ਵਰਟੀਕਲ, ਇਹ ਲਾਈਨ ਕੀ ਆ ਹੌਰੀਜ਼ੌਂਟਲ, ਹੌਰੀਜ਼ੌਂਟਲ ਦੇ ਵਰਟੀਕਲ 'ਚ ਐਂਗਲ 90 ਡਿਗਰੀ ਹੁੰਦਾ, ਤਾਂ ਇਹ ਐਂਗਲ ਦੱਸ ਸਕਦੇ ਨੇ ਪਿੱਛੇ ਕੀਤਾ ਸੀ ਆਪਾਂ ਨੇ, ਇਹ 90 ਮਾਈਨਸ ਅਲਫਾ ਹੋਊਗਾ, ਇਹ 90 ਮਾਈਨਸ ਬੀਟਾ ਹੋਊਗਾ। ਇਹ ਐਂਗਲ ਆ ਗਿਆ ਆਪਣੇ ਕੋਲ। ਹੁਣ ਮੇਨ ਆਪਣਾ ਫੋਕਸ ਆ ਕਿ ਅਲਫਾ ਤੇ ਬੀਟਾ ਕੱਢਣੇ। ਇਹ ਕਿਵੇਂ ਕੱਢਣੇ ਹੈਗਾ ਨੋਟ ਪਾ ਲਿਓ, ਬਾਕੀ ਕਰਦੇ ਹਾਂ ਆਪਾਂ। +1 'ਚ ਹੁੰਦੇ ਸੀਗੇ ਜੀ ਕੋਸਾਈਨ ਫਾਰਮੂਲਾ, ਜੇ ਧਿਆਨ ਦੇ ਵਿੱਚ ਹੋਵੇ ਆਪਾਂ ਨੇ ਸਾਈਨ ਫਾਰਮੂਲਾ ਤਾਂ ਕੀਤਾ ਸੀਗਾ, ਸਾਈਨ ਫਾਰਮੂਲਾ +1 ਦਾ ਇਹ ਤਾਂ ਕੀਤਾ ਸੀ, A/sin A B/sin B C/sin C ਬਰਾਬਰ ਹੋਣਗੇ। ਉਹਦੇ ਨਾਲ ਹੀ ਇੱਥੇ +1 ਦੇ ਵਿੱਚ ਇਹ ਸੀਗਾ, ਉਹਦੇ ਨਾਲ ਕੋਸਾਈਨ ਫਾਰਮੂਲਾ ਹੁੰਦਾ ਸੀਗਾ। ਉਹ ਕਿਵੇਂ ਸੀਗਾ, ਕੋਈ ਵੀ ਟਰਾਇੰਗਲ ਆ, ਇਹ A ਆ, ਇਹ B ਆ, ਇਹ C ਆ, A ਦੇ ਸਾਹਮਣੇ A ਲੈਂਥ ਆ ਜੀ, B ਸਾਹਮਣੇ B ਲੈਂਥ ਆ, C ਸਾਹਮਣੇ C ਲੈਂਥ ਆ, ਤਾਂ cos A ਦਾ ਫਾਰਮੂਲਾ ਹੁੰਦਾ ਹੈਗਾ B² + C² ਮਾਈਨਸ A² ਅਪੋਨ 2BC। ਸਮਝ ਆ ਰਿਹਾ ਹੋਵੇ ਸ਼ਾਇਦ। ਜਿਹੜਾ ਐਂਗਲ ਆ A ਆ ਤਾਂ ਇਹ ਪਿੱਛੇ ਮਾਈਨਸ ਹੋਊਗਾ, ਜਿਵੇਂ cos B ਲਿਆ, B ਦੇ ਵਿੱਚ B² ਮਾਈਨਸ ਹੋਊਗਾ ਜੀ, ਬਾਕੀ ਕੀ ਬਚ ਗਏ A ਤੇ B, A ਤੇ C ਇਹ ਅੱਗੇ ਆਉਣਗੇ, ਜਿਹੜੇ AC ਆਪਾਂ ਅੱਗੇ ਲੈਣੇ ਉਹੀ ਆਪਾਂ ਨੀਚੇ ਪਾਉਣੇ, 2AC ਉਹੀ ਆਪਾਂ ਨੀਚੇ ਪਾਉਣੇ। ਜਿਵੇਂ cos C ਆ, C ਪਿੱਛੇ ਸਪਰੈਟ ਕਰਾਂਗੇ, ਬਾਕੀ ਕੀ ਬਚ ਗਿਆ ਇਹਦੇ ਵਿੱਚ A ਤੇ B, AB ਲੈਣੇ ਆਪਾਂ ਅੱਗੇ, ਨੀਚੇ ਕੀ ਆਊਗਾ 2AB। ਇਹ ਫਾਰਮੂਲੇ ਹੁੰਦੇ ਕੋਸਾਈਨ ਫਾਰਮੂਲੇ, ਇਹ +1 ਦਾ ਕੰਮ, ਇਹਨਾਂ ਦੇ ਨਾਲ ਹੀ ਇਹ ਫਾਰਮੂਲੇ ਹੁੰਦੇ ਸੀ। ਚਲੋ ਇਹ ਮੈਂ ਰੱਬ ਕਰ ਦੇਣਾ, ਨੋਟ ਤਾਂ ਅਸੀਂ ਕਰ ਲਿਆ ਹੋਣਾ, ਇਹਨੂੰ ਰੱਬ ਕਰਤਾ ਜੀ ਆਪਾਂ ਨੇ। ਹੁਣ ਇਹ C ਲੈ ਲਿਆ। ਹੁਣ ਦੇਖੋ ਇਨ ਟਰਾਇੰਗਲ AOB, ਜੇ AOB ਲਈਏ ਤਾਂ cos ਅਲਫਾ ਦਾ ਫਾਰਮੂਲਾ ਕੀ ਹੋਊਗਾ, ਦੁਬਾਰਾ ਦੇਖ ਲਓ ਜੀ ਕਿਵੇਂ ਲਿਖਿਆ ਸੀ ਆਪਾਂ ਨੇ, ABC, A ਸਾਹਮਣੇ A ਸੀਗਾ, B ਸਾਹਮਣੇ B ਹੁੰਦਾ, C ਸਾਹਮਣੇ C ਹੁੰਦਾ, ਤਾਂ cos A ਕਿੱਦਾਂ ਪਾਇਆ ਸੀ, ਸਾਹਮਣੇ ਵਾਲਾ ਸਬਟਰੈਕਟ ਕੀਤਾ ਸੀ, ਸਾਹਮਣੇ ਵਾਲਾ ਆਪਾਂ ਨੇ ਸਬਟਰੈਕਟ ਕੀਤਾ ਸੀ, ਬਾਕੀ ਜਿਹੜੇ ਦੋ ਨੇ ਉਹ ਐਡ ਕੀਤੇ ਸੀਗੇ ਸਕੇਅਰ ਕਰਕੇ, ਨੀਚੇ ਪਹਿਲੇ ਦੋ ਲਏ ਸੀ। cos ਅਲਫਾ ਸਾਹਮਣੇ ਵਾਲਾ ਆਪਾਂ ਸਬਟਰੈਕਟ ਕਰਾਂਗੇ 4², ਬਾਕੀ ਦੋ ਐਡ ਕਰਾਂਗੇ 6² + 5, ਨੀਚੇ ਜਿਹੜੇ ਪਹਿਲੇ ਦੋ ਲਏ ਨੇ ਉਹ ਲਵਾਂਗੇ। ਇਹ ਫਾਰਮੂਲਾ ਜੀ, ਬਾਕੀ ਜਿਵੇਂ ਤੁਹਾਨੂੰ ਤਰੀਕਾ ਲੱਗਦਾ ਸੌਖਾ ਉਵੇਂ ਯਾਦ ਕਰ ਲਿਓ, ਮੇਰੇ ਅਕੋਰਡਿੰਗ ਤਰੀਕਾ ਆਹੀ ਠੀਕ ਸੀਗਾ। ਇਹ cos ਅਲਫਾ ਆ ਗਿਆ ਜੀ, ਇਹ ਤੁਹਾਡਾ ਬਣ ਗਿਆ 36 + 25 - 16/60। ਇਹ ਤੁਹਾਡਾ ਇਹ ਬਣ ਗਿਆ 45/60, 3/4। ਹੁਣ ਧਿਆਨ ਰੱਖੋ, ਜਿਵੇਂ ਪਿੱਛੇ ਸੀ ਜੇ cos ਅਲਫਾ ਸੀਗਾ ਤਾਂ sin ਅਲਫਾ ਵੀ ਆਪਾਂ ਕੱਢਿਆ ਸੀ, ਬਿਕੋਜ਼ ਦੋਨੇ ਯੂਜ਼ ਹੋ ਰਹੇ ਸੀਗੇ। ਫਿਰ ਆਪਾਂ ਐਂ ਕਰਦਾ ਇਹਦੇ ਵਿੱਚ cos ਅਲਫਾ ਪਤਾ ਹੁਣ sin ਅਲਫਾ ਵੀ ਕੱਢ ਲੈਣਾ। ਹੁਣ ਇਹਦੇ ਵਿੱਚ ਹੋਰ ਨਵਾਂ ਕੰਸੈਪਟ ਆ ਗਿਆ, 10th ਕਲਾਸ ਦਾ ਕੰਸੈਪਟ, ਜੇ cos ਅਲਫਾ ਪਤਾ ਹੋਵੇ ਫਿਰ ਆਪਾਂ sin ਅਲਫਾ ਕਿਵੇਂ ਕੱਢੀਏ, ਇਹ 'ਚੋਂ ਤਾਂ ਕੱਢ ਨਹੀਂ ਸਕਦੇ ਆਪਾਂ। ਇਹ ਕਿਹੜਾ ਰਾਈਟ ਐਂਗਲ ਟਰਾਇੰਗਲ ਆ, ਜਿਹੜਾ ਪੂਰਾ ਟਰਾਇੰਗਲ ਆ ਇਸ ਤੋਂ ਕੱਢ ਨਹੀਂ ਸਕਦੇ। ਪਿੱਛੇ ਦਾ ਰਾਈਟ ਐਂਗਲ ਟਰਾਇੰਗਲ ਸੀ ਨਾ, ਦੋਨੇ ਆਪਾਂ ਟਰਾਇੰਗਲ 'ਚੋਂ ਕੱਢ ਲਏ ਸੀਗੇ। ਇਹ ਪੂਰਾ ਟਰਾਇੰਗਲ, ਇਹ 90 ਐਂਗਲ ਨਹੀਂ ਹੈਗਾ ਸਾਰਾ। ਤਾਂ ਇਹ ਹੁੰਦਾ ਹੈਗਾ ਜੇ ਇੱਕ ਤੁਹਾਨੂੰ ਪਤਾ ਹੋਵੇ ਤਾਂ ਇੱਕ ਰਫ ਦੇ ਵਿੱਚ ਰਾਈਟ ਐਂਗਲ ਟਰਾਇੰਗਲ ਬਣਾ ਲੈਣਾ, ਰਫ ਦੇ ਵਿੱਚ ਰਾਈਟ ਐਂਗਲ ਟਰਾਇੰਗਲ ਬਣਾ ਲਵਾਂਗੇ ਆਪਾਂ।
कॉस की हुंदा अपने को बेस अपॉन हाईपोटेन्यूज, बेस अपॉन हाईपोटेन्यूज। तो पाइथागोरस ला के आप परपेंडिकुलर कढ़ लाँगे, पाइथागोरस ला के आप परपेंडिकुलर कढ़ लवांगे। 16 माइनस 9 किता 7 आ गया, जो भी आ गया थोड़ा आंसर। तो साइन की होगा फिर परपेंडिकुलर अपॉन हाईपोटेन्यूज। ये आंसर बन गया। एक कॉस अल्फा निकल गया जी। हुण आपां कड्डांगे इस तो बाद इधर नाल ही कर लाने कॉस बीटा, कॉस बीटा कड्डांगे। कॉस बीटा आएगा उवें पहला सामने वाला माइनस कर लवो, ये मैं रब कर देना कन्फ्यूज ना हो जी। सामने वाला आप सबट्रैक्ट करता जी 5 स्केयर, बाकी दो आप ऐड कर ले 6 स्केयर प्लस 4 स्केयर, जोड़े ऐड करे ने नीचे आउणगे 2 6 ते 4 36 16 माइनस 25 अपॉन 48 52 27 अपॉन 48 9 अपॉन 16 9 अपॉन 16 आ गया। एक कॉस बीटा आ गया। देयरफॉर हुण साइन बीटा कड्डांगे ट्रायंगल बना के आपां उवें। ये बीटा एंगल आ, बेस अपॉन हाईपोटेन्यूज 9 16 16 कितना हो गया 196 माइनस 81, ये बन गया 10115 सॉरी 256 होंदा जी। ये आ गया 5 7 175 का रूट आ गया। वन 175 बन गया। तो साइन बीटा की बन गया अपने को परपेंडिकुलर 175 अपॉन 16 का रूट। ये फैक्टर ही बना सकते हैं आप 25 7 5 रूट 7 अपॉन 16। कॉस अल्फा वाला कॉस साइन अल्फा भी करना, लोड़ पैनी है आपको कॉस बीटा वाला साइन बीटा भी करने। बाकी हम पुराना काम है, अगे लैमिसर लावांगे आप। ये सारे एंगल ध्यान रखियो। ये एंगल तो आप लिख लें, एंगल कितना बनेगा जी 90 माइनस अल्फा हैगा तो बन जाएगा 90 प्लस अल्फा। इधर एंगल बनेगा थोड़े को 90 प्लस बीटा। ये कॉस अल्फा सीगा जी, ये कॉस बीटा। देयरफॉर बाय लैमिस थ्योरम, बाय लैमिस थ्योरम T1 अपॉन इत्थे फोर्स लई आप टेंशन T1, इत्थे T2। T1 अपॉन बाकी दो फोर्स एंगल हैगा 90 प्लस बीटा, ये बनेगा साइन 90 प्लस बीटा। T2 अपॉन ये बन गया साइन 90 प्लस अल्फा। 4 अपॉन सॉरी W आ रहे 4 नहीं है, W अपॉन टोटल एंगल कितना बनूगा सारा जो जोड़ांगे आप 90 प्लस 90 180 180 माइनस साइन 180 माइनस अल्फा माइनस बीटा। ये जोड़ांगे आप 90 90 180 बन जाएगा माइनस अल्फा माइनस बीटा। बस ये सॉल्व कर लवांगे। ये पिछे किया आप T1 अपॉन कॉस बीटा बन गया जी। ये T2 अपॉन कॉस अल्फा बन गया जी। ये W अपॉन साइन इनू लिख लवांगे आप 180 डिग्री माइनस अल्फा प्लस बीटा, इदा लिख लवांगे। ये रब कर लेने सारा आप।
ये आ गया T1 अपॉन कॉस बीटा की वैल्यू पता जी अपन 9/16 T2 अपॉन कॉस अल्फा पता अपन 3/4 W अपॉन साइन 180 माइनस थीटा, ये साइन थीटा हो गया, साइन थीटा। ये नंबर ही 1 पा के रख लेने आप। पहला ये सॉल्व कर लेना कितना बनूगा। नाउ साइन अल्फा प्लस बीटा बनेगा साइन अल्फा कॉस बीटा प्लस कॉस अल्फा साइन बीटा। साइन अल्फा पता अपन जी √7 अपॉन 4 कॉस बीटा पता जी अपन 9/16 प्लस कॉस अल्फा पता हैगा 3/4 अपॉन साइन बीटा 5√7 अपॉन 16। नीचे 64 आ गया LCM 9 ते 15 24 24√7 इन 4 8 ते कट लाने, ये 3 आ जाऊगा, ये 8 आ जाएगा, मतलब 3√7/8 ये वैल्यू आ जाएगी। यही वैल्यू कट्टन तो बाद ये वैल्यू भर देंगे। देयरफॉर 1 बिकम्स T1 अपॉन 9/16 T2 अपॉन 3/4 W अपॉन 307 अपॉन 8। पहला तो आखिरी कंपेयर कर लवेंगे, तो T1 आ गया 9/16 W इंटू 8/3√7, ये 3 आ गया, ये 2 आ गया, ये बन गया 3W अपॉन 2√7। फर्स्ट टेंशन आ गई। सैकेंड तो थर्ड कंपेयर कर लवेंगे, T2 आ जाएगा 3/4 W इंटू लगे 8/3√7, ये आ गया 2W/√7। ये आंसर आ इदा टेंशन निकल जाएगी। हुण ये क्वेश्चन पिछले के कंपैरेटिव ज़्यादा इंपॉर्टेंट है। ज़्यादा इंपॉर्टेंट क्यों हैगा? बिकॉज ये वध कंसैप्ट आए, जिन्ने किसी क्वेश्चन कंसैप्ट वध होंगे उन्ना ज़्यादा इंपॉर्टेंट होगा। क्वेश्चन है सिंपल, औखा तां लग रहा होगा क्योंकि तुहानूं +1 +2 10th लैवल या +1 +2 के लैवल कंसैप्ट पूरे प्रॉपर याद नहीं होने। कोई गल नहीं हैगी, जे नहीं याद हैगी तो हम कंसैप्ट सारे आप दोबारा करांगे नाल। थोड़ी ये जिम्मेवारी बनती हैगी आ कि जिवें जिवें आप काम कर रहे हैं कंसैप्ट कर रहे हैं, तुसीं ये कंसैप्ट याद रखने ने। तो याद रखने का तरीका यह आ कि तुसीं ये कंसैप्ट किसी अलग कापी दे विच किते लिखी जाओ। फिर थोड़ी जो टॉपिक सारा अपना कंप्लीट हो गया, फिर थोड़े सारे कंसैप्ट एक कापी च आने 10th लैवल के 11वीं 12वीं लैवल के, फिर तुसीं वो पढ़ के रिवाइज़ कर सकते हैं जे लोड़ पैंदी हैगी। चलो ठीक है जी, ये क्वेश्चन ने, बाकी काम आप नैक्सट टाइम करांगे। थैंक यू।